ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਧੁਨਿਕ ਕਵੀਆਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ। ਅੱਜ ਤੀਸਰੇ ਕਵੀ ਬਾਰੇ ਪੜ੍ਹਨਾ ਹੈ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਹਨ ਅਤੇ ਇਹਨਾਂ ਦਾ ਜਨਮ 1881 ਵਿੱਚ ਅਤੇ 1931 ਤੱਕ। ਆਪ ਦਾ ਜਨਮ 17 ਫਰਵਰੀ 1881 ਈਸਵੀ ਨੂੰ ਐਬਟਾਬਾਦ ਦੇ ਸਲਹੜ ਵਿਖੇ ਹੋਇਆ। ਇਸ ਤਰ੍ਹਾਂ ਆਪਾਂ ਆਧੁਨਿਕ ਕਵੀ ਇਸ ਤਰ੍ਹਾਂ ਪੜ੍ਹ ਰਹੇ ਹਾਂ ਕਿ ਇਹਨਾਂ ਵਿੱਚੋਂ ਕੋਈ ਵੀ ਕੁਐਸਚਨ ਆ ਜਾਵੇ ਤਾਂ ਇਸ ਵੀਡੀਓ ਤੋਂ ਬਾਹਰ ਨਹੀਂ ਹੋਏਗਾ, ਯਾਨੀ ਕਿ ਡਿਟੇਲ ਵਿੱਚ ਇਹਨਾਂ ਦੀ ਹਰੇਕ ਚੀਜ਼, ਹਰੇਕ ਕਾਵਿ ਸੰਗ੍ਰਹਿ, ਹਰੇਕ ਕਵਿਤਾ ਦਾ ਵਿਸ਼ੇ ਪੜ੍ਹਾਂਗੇ। ਆਪ ਦੇ ਪਿਤਾ ਦਾ ਨਾਂ ਕਰਤਾਰ ਸਿੰਘ, ਮਾਤਾ ਦਾ ਨਾਂ ਪਰਮਾ ਦੇਵੀ ਸੀ। ਪੂਰਨ ਸਿੰਘ ਅਟਕ ਦਰਿਆ ਦੇ ਕਿਨਾਰੇ ਉੱਪਰ ਖੇਡਦਾ ਮੇਲ ਦਾ ਵੱਡਾ ਹੋਇਆ। ਅਟਕ ਦਰਿਆ ਦੇ ਕਿਨਾਰੇ ਬਚਪਨ ਦੀ ਪੜ੍ਹਾਈ ਆਪ ਨੇ ਮਾਸਟਰ ਬੇਲੀ ਰਾਮ ਤੋਂ ਹਾਸਿਲ ਕੀਤੀ। ਆਪ ਨੇ 1897 ਈਸਵੀ ਵਿੱਚ ਮੈਟ੍ਰਿਕ ਕਰਕੇ ਉਚੇਰੀ ਪੜ੍ਹਾਈ DAV ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। ਆਪ ਨੇ ਸ਼ੇਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਐਂਟਨੀ ਦੀ ਭੂਮਿਕਾ ਨਿਭਾਈ। ਜਾਪਾਨ ਫੇਰੀ ਦੌਰਾਨ ਆਪ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਭਿਕਸ਼ੂ ਬਣ ਗਏ। ਜਾਪਾਨ ਵਿੱਚ ਜਾ ਕੇ ਆਪ ਕੀ ਬੋਧੀ ਭਿਕਸ਼ੂ ਬਣ ਗਏ ਸਨ। ਜਾਪਾਨ ਵਿੱਚ ਆਪ ਨੇ ਗਰਜਦੀ ਪ੍ਰਭਾਤ ਥੰਡਰਿੰਗ ਡਾਊਨ ਨਾਮ ਦੀ ਪੱਤਰਿਕਾ ਵੀ ਸ਼ੁਰੂ ਕੀਤੀ ਸੀ। ਆਪ ਦਾ ਵਿਆਹ ਮਾਇਆ ਦੇਵੀ ਨਾਲ ਹੋਇਆ। ਬੋਧੀ ਭਿਕਸ਼ੂ ਬਣਨ ਤੋਂ ਬਾਅਦ ਆਪ ਉੱਪਰ ਸਵਾਮੀ ਰਾਮ ਤੀਰਥ ਦੇ ਵਿਚਾਰਾਂ ਦਾ ਬਹੁਤ ਪ੍ਰਭਾਵ ਪਿਆ, ਜਿਸ ਕਰਕੇ ਆਪ ਵੇਦਾਂਤੀ ਸੰਨਿਆਸੀ ਬਣ ਗਏ ਸਨ। 1912 ਵਿੱਚ ਸਿੱਖ ਵਿਦਿਅਕ ਕਾਨਫਰੰਸ ਦੇ ਅਵਸਰ 'ਤੇ ਆਪ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਸਿਆਲਕੋਟ ਵਿਖੇ ਹੋਈ। ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਰਹੱਸਵਾਦੀ ਸਾਧਕ ਬਣ ਗਏ ਸੀ। ਭਾਈ ਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਤੋਂ ਬਾਅਦ ਆਪ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਗਏ ਸੀ। ਪਹਿਲਾਂ ਬੋਧੀ ਭਿਕਸ਼ੂ ਬਣੇ ਹੋਏ ਸਨ। ਪੂਰਨ ਸਿੰਘ ਨੇ ਪੰਜਾਬੀ ਕਾਵਿ ਜਗਤ ਵਿੱਚ ਖੁੱਲ੍ਹੀ ਕਵਿਤਾ ਦਾ ਮੁੱਢ ਬੱਝਾ, ਜਿਸ ਨੂੰ ਓਪਨ ਐਂਡਿਡ ਰਚਨਾ ਵੀ ਆਖਿਆ ਜਾਂਦਾ ਹੈ। ਓਪਨ ਐਂਡਿਡ ਰਚਨਾ ਉਹ ਰਚਨਾ ਜੋ ਖਤਮ ਹੋਣ ਤੋਂ ਬਾਅਦ ਵੀ ਹੋਰ ਲਿਖੇ ਜਾਣ ਦੀ ਸੰਭਾਵਨਾ ਰੱਖਦੀ ਹੈ। ਪੂਰਨ ਸਿੰਘ ਨੇ ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਆਖਿਆ ਹੈ। ਆਪ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ। ਇਸ ਤੋਂ ਇਲਾਵਾ ਮਾਨਵਵਾਦ, ਵੈਰਾਗ ਆਦਿ ਵੀ ਆਪ ਦੀਆਂ ਰਚਨਾਵਾਂ ਦੇ ਵਿਸ਼ੇ ਹਨ। ਆਪ ਪਰ ਪੱਛਮੀ ਲੇਖਕ ਵਾਲਟ ਵਿਟਮੈਨ, ਕਾਰਲਾਈਲ, ਸ਼ੈਲੇ, ਰਸਕਿਨ, ਟਾਲਸਟਾਏ ਆਦਿ ਦਾ ਕਾਫੀ ਪ੍ਰਭਾਵ ਰਿਹਾ। ਆਪ ਅੰਗਰੇਜ਼ੀ, ਹਿੰਦੀ, ਪੰਜਾਬੀ ਤਿੰਨ ਜ਼ੁਬਾਨਾਂ ਵਿੱਚ ਆਪਣੀਆਂ ਰਚਨਾਵਾਂ ਕਰਦੇ ਰਹੇ। ਤਿੰਨ ਜ਼ੁਬਾਨਾਂ ਦੇ ਆਪ ਵਿਦਵਾਨ ਸਨ। ਆਪ ਨੇ ਰੂਸੀ ਲੇਖਕ ਟਾਲਸਟਾਏ ਦੀ ਰਚਨਾ ਰਿਜ਼ਰੈਕਸ਼ਨ ਦਾ ਮੋਇਆ ਦੀ ਜਾਗ ਅਤੇ ਕਾਰਲਾਈਲ ਦੀ ਪੁਸਤਕ ਹੀਰੋ ਐਂਡ ਹੀਰੋ ਵਰਸ਼ਿਪ ਦਾ ਕਲਾਧਾਰੀ ਪੂਜਾ ਸਿਰਲੇਖ ਹੇਠ ਅਨੁਵਾਦ ਕੀਤਾ। ਪੰਜਾਬੀ ਕਾਵਿ ਜਗਤ ਵਿੱਚ ਆਪ ਨੇ ਤਿੰਨ ਕਾਵਿ ਸੰਗ੍ਰਹਿ ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ, ਖੁੱਲ੍ਹੇ ਅਸਮਾਨੀ ਰੰਗ ਮਰਨ ਉਪਰੰਤ ਛਪੇ। ਇਹ ਤਿੰਨੇ ਕਾਵਿ ਸੰਗ੍ਰਹਿ ਇਹਨਾਂ ਦੇ ਮਰਨ ਉਪਰੰਤ ਛਪੇ ਸੀ। ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ ਅਤੇ ਖੁੱਲ੍ਹੇ ਅਸਮਾਨੀ ਰੰਗ। ਇਹਨਾਂ ਤੋਂ ਇਲਾਵਾ ਆਪ ਦੀ ਪੁਸਤਕ ਖੁੱਲ੍ਹੇ ਲੇਖ ਵੀ ਪੰਜਾਬੀ ਸਾਹਿਤ ਨੂੰ ਇੱਕ ਵਡਮੁੱਲੀ ਦੇਣ ਹੈ। ਆਪ ਨੇ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਵਿਤਾ ਦਾ ਰੰਗ ਆਪ ਮੁਹਾਰਾ ਹੁੰਦਾ ਹੈ, ਭਾਵ ਕਾਵਿ ਉਚੇਚ ਨਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਨਹੀਂ। ਆਪ ਦੀ ਮੌਤ 31 ਮਾਰਚ 1931 ਨੂੰ ਦੇਹਰਾਦੂਨ ਵਿਖੇ TB ਦੀ ਬਿਮਾਰੀ ਕਾਰਨ ਹੋਈ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਪੁਸਤਕਾਂ ਦਾ ਵੇਰਵਾ ਇਸ ਤਰ੍ਹਾਂ ਹੈ। ਖੁੱਲ੍ਹੇ ਮੈਦਾਨ ਪ੍ਰਥਮ ਕਾਵਿ ਸੰਗ੍ਰਹਿ 1922 ਵਿੱਚ। ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ ਮਰਨ ਉਪਰੰਤ 1927 ਵਿੱਚ। ਖੁੱਲ੍ਹੇ ਲੇਖ ਅਬਚਲੀ ਜੋਤ, ਕੰਨਿਆਦਾਨ, ਕਲਾ ਤੇ ਕਲਾਧਾਰੀ ਅਨੁਵਾਦ ਕੀਤੀ ਹੋਈ ਜੋ ਪੁਸਤਕ ਹੈ ਇਹਨਾਂ ਦੀ। ਮੋਇਆ ਦੀ ਜਾਗ ਟਾਲਸਟਾਏ ਦੀ ਜੋ ਰਿਜ਼ਰੈਕਸ਼ਨ ਦੀ ਅਨੁਵਾਦ ਕੀਤੀ ਹੋਈ। ਇਹ ਸਾਰੀਆਂ ਜੋ ਅੱਗੇ
ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਪੁਸਤਕਾਂ ਨੇ ਇਹ ਸਾਰੀਆਂ ਪੰਜਾਬੀ ਤੋਂ ਇੰਗਲਿਸ਼ ਵਿੱਚ ਅਨੁਵਾਦ ਕੀਤੀਆਂ ਹਨ ਇਹਨਾਂ ਨੇ। ਨਰਗਸ ਭਾਈ ਵੀਰ ਸਿੰਘ ਦੀ ਕਵਿਤਾ ਦਾ ਅਨੁਵਾਦ ਹੈ 1921 ਵਿੱਚ। ਅੱਗੇ ਹੈ ਜਪੁਜੀ ਸਾਹਿਬ ਦਾ ਵੀ ਅਨੁਵਾਦ ਕੀਤਾ ਇਹਨਾਂ ਨੇ ਇੰਗਲਿਸ਼ ਵਿੱਚ। ਆਤਮਾ ਦੀ ਕਵਿਤਾ ਪੂਰਨ ਸਿੰਘ ਦੀ ਸਮੁੱਚੀ ਕਵਿਤਾ ਦਾ ਅਨੁਵਾਦ 2006 ਵਿੱਚ ਇਹ ਛਪੀ ਹੈ ਕਵਿਤਾ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਬਹੁਤੀਆਂ ਪੁਸਤਕਾਂ ਉਸ ਦੀ ਮੌਤ ਉਪਰੰਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਆਗ੍ਰਹਿ ਉੱਪਰ ਲਾਹੌਰ ਬੁੱਕ ਸ਼ਾਪ 'ਤੇ ਪ੍ਰਕਾਸ਼ਿਤ ਕੀਤੀਆਂ ਗਈਆਂ। ਯਾਨੀ ਕਿ ਇਹਨਾਂ ਦੀ ਮੌਤ ਤੋਂ ਬਾਅਦ ਮਹਿੰਦਰ ਸਿੰਘ ਰੰਧਾਵਾ ਨੇ ਪ੍ਰਕਾਸ਼ਿਤ ਕਰਵਾਈਆਂ, ਜਿਵੇਂ ਕਿ ਇਹ 2006 ਵਿੱਚ। ਅੱਗੇ ਕਾਵਿ ਸੰਗ੍ਰਹਿ ਹੈ ਖੁੱਲ੍ਹੇ ਮੈਦਾਨ। ਇਹ ਪੰਜਾਬੀ ਦਾ ਪਹਿਲਾ ਖੁੱਲ੍ਹੀ ਕਵਿਤਾ ਦਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਪੂਰਨ ਸਿੰਘ ਨੇ ਵਾਲਟ ਵਿਟਮੈਨ ਦੀ ਪੁਸਤਕ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਕਾਸ਼ਿਤ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਖੁੱਲ੍ਹੇ ਮੈਦਾਨ ਹੈ, ਇਸ ਦੀਆਂ ਕਵਿਤਾਵਾਂ ਨੂੰ 5 ਭਾਗਾਂ ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਪੂਰਨ ਨਾਥ ਜੋਗੀ ਪੂਰਨ ਭਗਤ ਦਾ ਬਿਰਤਾਂਤ। ਨੰਬਰ 2 ਹੈ ਝਨਾਂ ਦੀ ਲਹਿਰਾਂ, ਪ੍ਰਕਿਰਤੀ ਨਾਲ ਪ੍ਰੇਮ ਅਤੇ ਰੋਮਾਂਟਿਕ ਕਵਿਤਾਵਾਂ। ਨੰਬਰ 3 ਹੈ ਦੇਸ਼ ਪਿਆਰ, ਪੰਜਾਬੀ ਸੱਭਿਆਚਾਰ ਗੌਰਵ ਨਾਲ ਸੰਬੰਧਿਤ ਕਵਿਤਾਵਾਂ। ਨੰਬਰ 4 'ਤੇ ਹੈ ਮੈਂ ਤੇ ਉਹ, ਰਹੱਸਵਾਦੀ ਅਨੁਭਵ ਦੀਆਂ ਕਵਿਤਾਵਾਂ ਹਨ। ਨੰਬਰ 5 ਇੱਕ ਜੰਗਲੀ ਫੁੱਲ, ਬਿਰਤਾਂਤਕ ਕਵਿਤਾ ਹੈ, ਪ੍ਰੇਮ ਸੁੰਦਰਤਾ ਦਾ ਵਰਣਨ ਹੈ। ਅਤੇ ਇਹ ਬਿਰਤਾਂਤਕ ਕਵਿਤਾ ਵੀ ਅੱਗੇ ਕਈ ਭਾਗਾਂ ਵਿੱਚ ਵੰਡੀ ਹੈ, ਜਿਵੇਂ ਪੂਰਨ ਨਾਥ ਜੋਗੀ ਝਨਾਂ ਦੀਆਂ ਲਹਿਰਾਂ। ਪੂਰਨ ਨਾਥ ਜੋਗੀ ਵਿੱਚ ਕੀ ਹੈ, ਇਹ ਪੂਰਨ ਭਗਤ ਦੇ ਬਿਰਤਾਂਤ ਨੂੰ ਦਰਸਾਇਆ ਗਿਆ ਹੈ, ਜਿਸ ਨੂੰ 51 ਦ੍ਰਿਸ਼ਾਂ ਰਾਹੀਂ ਸਮੇਟਿਆ ਗਿਆ ਹੈ। ਪੂਰਨ ਦੇ ਜਨਮ ਅਤੇ ਇੱਛਰਾਂ ਨਾਲ ਮੁਲਾਕਾਤ, ਇਹ ਸਭ ਕੁਝ ਇਸ ਵਿੱਚ ਹੈ। ਕਾਦਰ ਯਾਰ ਦਾ ਕਿੱਸਾ ਬੈਂਤਾਂ ਵਿੱਚ ਹੈ। ਜੋ ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਹੈ ਉਹ ਬੈਂਤਾਂ ਵਿੱਚ ਹੈ, ਪਰ ਕੀ ਹੈ, ਇਹ ਜੋ ਕਵਿਤਾ ਲਿਖੀ ਹੈ ਪ੍ਰੋਫੈਸਰ ਸਾਹਿਬ ਨੇ, ਇਹ ਖੁੱਲ੍ਹੀ ਕਵਿਤਾ ਲਿਖੀ ਹੈ। ਕਾਦਰ ਯਾਰ ਦਾ ਮੁੱਖ ਜ਼ੋਰ ਕਹਾਣੀ ਵਰਣਨ 'ਤੇ ਹੈ, ਪਰੰਤੂ ਪੂਰਨ ਸਿੰਘ ਦਾ ਜ਼ੋਰ ਪਾਤਰਾਂ ਤੇ ਮਨੋਵਿਗਿਆਨ ਨੂੰ ਪੇਸ਼ ਕਰਨਾ ਹੈ। ਝਨਾਂ ਦੀਆਂ ਲਹਿਰਾਂ, ਇਸ ਭਾਗ ਵਿੱਚ ਕੀ ਹੈ, 22 ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚਲਾ ਪ੍ਰਮੁੱਖ ਵਿਸ਼ਾ ਪ੍ਰਕਿਰਤੀ ਰੋਮਾਂਟਿਕ ਪ੍ਰੇਮ ਨੂੰ ਬਣਾਇਆ ਗਿਆ ਹੈ। ਇਸ ਦੀਆਂ ਕੁਝ ਕਵਿਤਾਵਾਂ ਦੇ ਵਿਸ਼ੇ ਇਸ ਤਰ੍ਹਾਂ ਹਨ, ਯਾਨੀ ਕਿ ਝਨਾਂ ਦੀਆਂ ਲਹਿਰਾਂ, ਇਸ ਵਿੱਚ ਵੀ ਅੱਗੇ 22 ਕਵਿਤਾਵਾਂ ਹਨ। ਮੇਰਾ ਟੁੱਟਾ ਜਿਹਾ ਗੀਤ, ਦਿਲ ਮੇਰਾ ਖਿੰਚੀ ਦਾ ਪ੍ਰਭਾਤ ਆਕਾਸ਼ ਵਿੱਚ, ਹਲ ਵਾਹੁਣ ਵਾਲੇ, ਦਰਿਆ ਕਿਨਾਰੇ, ਇਹ ਸਾਰੀਆਂ ਕਵਿਤਾਵਾਂ ਇਸ ਵਿੱਚ ਸ਼ਾਮਿਲ ਹਨ ਝਨਾਂ ਦੀਆਂ ਲਹਿਰਾਂ ਵਿੱਚ। ਅੱਗੇ ਵੀ ਕੁਝ ਕਵਿਤਾਵਾਂ ਹਨ। ਘਰ ਦੀ ਗਹਿਲ ਚੰਗੀ। ਅਗਲਾ ਭਾਗ ਹੈ ਦੇਸ਼ ਪਿਆਰ ਪੰਜਾਬ ਮੇਰਾ। ਇਸ ਵਿੱਚ 9 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਹੈ ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ, ਜਵਾਨ ਪੰਜਾਬ ਦੇ, ਪੰਜਾਬ ਨੂੰ ਕੂਕਾਂ ਮੈਂ ਕਵਿਤਾ ਦੀਆਂ ਲਾਈਨਾਂ ਦਿੱਤੀਆਂ ਹਨ। ਆ ਪੰਜਾਬ ਪਿਆਰ ਤੂੰ ਮੁੜ ਆ ਸਿੱਖ ਪੰਜਾਬ ਤੂੰ ਘਰ ਆ, ਤੇਰੇ ਤੂਤ ਦਿਸਣ ਮੁੜ ਸਾਵੇਂ, ਮੁੜ ਆਵਣ ਬੂਟਿਆਂ ਨਾਲ ਤੇਰੀਆਂ ਦੋਸਤੀਆਂ। ਯਾਨੀ ਕਿ ਪੁਰਾਣੇ ਪੰਜਾਬ ਨੂੰ ਕਵੀ ਵਾਜਾਂ ਮਾਰਦਾ ਹੈ ਇਸ ਕਵਿਤਾ ਵਿੱਚ, ਪੰਜਾਬ ਨੂੰ ਕੂਕਾਂ ਮੈਂ। ਸੋਹਣੀ ਦਾ ਬੁੱਤ ਕਵਿਤਾ ਹੈ। ਅਗਲਾ ਭਾਗ ਹੈ ਮੈਂ ਤੇ ਉਹ, ਇਸ ਵਿੱਚ 20 ਕਵਿਤਾਵਾਂ ਹਨ। ਤੇ ਮੈਂ ਤੇ ਉਹ ਭਾਗ ਵਿੱਚ ਜਿਹੜੀਆਂ ਕਵਿਤਾਵਾਂ ਰੱਖੀਆਂ ਗਈਆਂ ਹਨ, ਮੇਨ ਕਵਿਤਾਵਾਂ ਹਨ, ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਕੁਝ ਹੈ, ਇੱਕ ਵੈਰੀ ਅਚਨਚੇਤ, ਮੁੜ ਆ ਪਿਆਰੇ। ਅਗਲਾ ਭਾਗ ਹੈ ਇੱਕ ਜੰਗਲੀ ਫੁੱਲ। ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਦੇ ਆਖਰੀ ਭਾਗ ਦੀ ਇਹ ਲੰਮੀ ਬਿਰਤਾਂਤਕ ਕਵਿਤਾ ਹੈ। ਇਸ ਕਵਿਤਾ ਨੂੰ ਜੋ ਇੱਕ ਜੰਗਲੀ ਫੁੱਲ ਹੈ, ਇਸ ਨੂੰ 15 ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਜੰਗਲੀ ਫੁੱਲ ਦੇ ਮਾਧਿਅਮ ਰਾਹੀਂ ਕਵੀ ਨੇ ਦਰਸਾਇਆ ਹੈ ਕਿ ਸੁੰਦਰਤਾ ਸ਼ਹਿਰੀ ਸਭਿਅਤਾ ਦੀ ਮੁਹਤਾਜ ਨਹੀਂ, ਬਲਕਿ ਜੋ ਸੁੰਦਰਤਾ ਹੈ ਉਹ ਛੋਟੇ ਛੋਟੇ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਇਹ ਨਹੀਂ ਹੈ ਕਿ ਉਹ ਸ਼ਹਿਰੀ ਸਭਿਅਤਾ ਵਿੱਚ ਹੀ ਹੈ।
ਇਹ ਇਸ ਇੱਕ ਜੰਗਲੀ ਫੁੱਲ ਦੀ ਕਵਿਤਾ ਵਿੱਚ ਦੱਸਿਆ ਗਿਆ ਹੈ। ਅਗਲੀ ਜੋ ਕਾਵਿ ਸੰਗ੍ਰਹਿ ਦੀ ਪੁਸਤਕ ਹੈ ਖੁੱਲੇ ਘੁੰਡ। ਇਹ ਕਾਵਿ ਸੰਗ੍ਰਹਿ ਸਿੱਖ ਦਰਸ਼ਨ ਦਾ ਕਾਵਿਕ ਅਭਿਵਿਅੰਜਨ ਹੈ। ਇਸ ਕਾਵਿ ਸੰਗ੍ਰਹਿ ਦੇ ਅੰਤਰਗਤ 17 ਕਵਿਤਾਵਾਂ ਹਨ। ਖੁੱਲੇ ਮੈਦਾਨ ਦੀ ਤੁਲਨਾ ਵਿੱਚ ਇਹ ਇੱਕ ਛੋਟੇ ਆਕਾਰ ਦੀ ਪੁਸਤਕ ਹੈ। ਇਸ ਵਿੱਚ ਕੇਵਲ 17 ਕਵਿਤਾਵਾਂ ਹਨ, ਪਰ ਜੋ ਖੁੱਲੇ ਮੈਦਾਨ ਹੈ ਉਸ ਵਿੱਚ ਅੱਗੇ ਵੀ ਬਹੁਤ ਸਾਰੇ ਭਾਗ ਹਨ ਅਤੇ ਉਹਨਾਂ ਭਾਗਾਂ ਵਿੱਚ ਵੀ ਅੱਗੇ ਬਹੁਤ ਸਾਰੀਆਂ ਕਵਿਤਾਵਾਂ ਹਨ। ਜੋ ਖੁੱਲੇ ਘੁੰਡ ਹੈ ਇਸ ਵਿੱਚ ਕਵਿਤਾਵਾਂ ਹਨ। ਨਾਮ ਮੈਂ ਪੁੱਛਦਾ ਨਾਮ ਮੇਰਾ ਕੀ। ਇਸ ਦਾ ਵਿਸ਼ਾ ਕੀ ਹੈ? ਇਸ ਕਵਿਤਾ ਵਿੱਚ ਨਾਮ ਦੇ ਮਸਲੇ ਨੂੰ ਛੂਹਿਆ ਗਿਆ ਹੈ। ਨਾਮ ਦਾ ਮਨੁੱਖ ਦੇ ਅੰਦਰ ਨਾਲ ਕੀ ਸੰਬੰਧ ਹੈ? ਜੇ ਕੋਈ ਸੰਬੰਧ ਨਹੀਂ ਹੈ ਤਾਂ ਫਿਰ ਮਨੁੱਖ ਉਸ ਨਾਮ ਪ੍ਰਤੀ ਸਾਰੀ ਉਮਰ ਕਿਉਂ ਹੁੰਗਾਰਾ ਭਰਦਾ ਰਹਿੰਦਾ ਹੈ? ਉਸ ਨੂੰ ਮਾਂ ਬਾਪ ਨੇ ਦਿੱਤਾ ਹੈ, ਜੋ ਨਾਮ ਉਸਨੇ ਮਾਂ ਬਾਪ ਨੇ ਦਿੱਤਾ ਹੈ। ਅਗਲੀ ਕਵਿਤਾ ਹੈ ਕਰਮ ਕਰਮ ਕੁੱਕਦੇ ਕੌਣ ਕਰਦਾ। ਕਰਮ ਕੀ ਹੈ ਵਰਗੇ ਵਿਸ਼ਿਆਂ ਨੂੰ ਇਸ ਵਿੱਚ ਛੋਹਿਆ ਗਿਆ ਹੈ। ਫਲਸਫਾ ਤੇ ਆਰਟ। ਇਸ ਕਵਿਤਾ ਰਾਹੀਂ ਦੱਸਿਆ ਗਿਆ ਹੈ ਕਿ ਮਨੁੱਖੀ ਜੀਵਨ ਇੱਕ ਕਲਾ ਹੈ, ਆਰਟ ਹੈ, ਜੋ ਕੀਰਤ ਤੋਂ ਪੈਦਾ ਹੁੰਦੀ ਹੈ, ਹੌਲੀ ਹੌਲੀ ਫਲਸਫੇ ਦੇ ਰੂਪ ਧਾਰਨ ਕਰਦੀ ਹੈ, ਪਰੰਤੂ ਕੀਰਤ ਤੋਂ ਬਿਨਾਂ ਜੋ ਫਲਸਫਾ ਹੈ ਮੌਤ ਹੋ ਨਿਬੜਦਾ ਹੈ। ਕਰਤਾਰ ਦੀ ਕਰਤਾਰਤਾ। ਇਸ ਕਵਿਤਾ ਵਿੱਚ ਰੱਬ ਦੀ ਸਿਰਜਣਾਤਮਕਤਾ ਦਾ ਵਰਣਨ ਕੀਤਾ ਗਿਆ। ਸਾਰੀ ਦੁਨੀਆ ਉਸ ਰੱਬ ਨੇ ਹੀ ਸਾਜੀ ਹੈ। ਇਹ ਖੁੱਲੇ ਘੁੰਡ ਵਿੱਚ ਕਵਿਤਾਵਾਂ ਹਨ। ਇਹ ਇਹਨਾਂ ਦੇ ਵਿਸ਼ੇ ਸਨ। ਅਗਲੀ ਜੋ ਪੁਸਤਕ ਹੈ ਖੁੱਲੇ ਅਸਮਾਨੀ ਰੰਗ 1927। ਖੁੱਲੇ ਅਸਮਾਨੀ ਰੰਗ ਕਾਵਿ ਸੰਗ੍ਰਹਿ ਪੂਰਨ ਸਿੰਘ ਦੇ ਮਰਨ ਉਪਰੰਤ ਛਪਿਆ, ਜਿਸ ਨੂੰ 1965 ਵਿੱਚ ਡਾਕਟਰ ਰੰਧਾਵਾ ਨੇ ਪੂਰਨ ਸਿੰਘ ਜੀਵਨੀ ਤੇ ਕਵਿਤਾ ਦੇ ਸਿਰਲੇਖ ਹੇਠ ਸ਼ਾਮਿਲ ਕੀਤਾ। ਇਸ ਕਾਵਿ ਸੰਗ੍ਰਹਿ ਦਾ ਪਹਿਲਾ ਨਾਮ ਚਮਕਦੇ ਟਿਣਕੇ ਸੀ, ਪਰ ਫਿਰ ਕੀ ਰੱਖਿਆ ਗਿਆ? ਪੂਰਨ ਸਿੰਘ ਜੀਵਨੀ ਤੇ ਕਵਿਤਾ। ਤੇ ਇਸ ਪੁਸਤਕ ਦੇ 2 ਭਾਗ ਹਨ। ਬਾਰ ਦੇ ਰੰਗ। ਇਸ ਵਿੱਚ 19 ਕਵਿਤਾਵਾਂ ਹਨ। ਅਚਨਚੇਤ ਉਡਾਰੀਆਂ। ਇਸ ਦੇ ਕੁੱਲ 30 ਹਿੱਸਿਆਂ ਵਿੱਚ ਪੇਸ਼ ਕੀਤਾ ਗਿਆ ਹੈ। ਬਾਰ ਦੇ ਰੰਗ। ਬਾਰ ਦੇ ਰੰਗ ਵਿੱਚ ਜ਼ਿਆਦਾਤਰ ਕਵਿਤਾਵਾਂ ਪ੍ਰਕਿਰਤੀ ਦਾ ਮਾਨਵੀਕਰਨ ਕਰਦੀਆਂ ਹਨ ਤੇ ਇਸ ਦੇ ਜੋ ਕਵਿਤਾਵਾਂ ਹਨ ਉਹਨਾਂ ਦੇ ਵਿਸ਼ੇ ਇਸ ਤਰ੍ਹਾਂ ਹਨ। ਸਵਾਣੀ ਜਿਸ ਨੂੰ ਰੱਬ ਪਿਆਰ ਕਰਦਾ ਹੈ। ਇਸ ਵਿੱਚ ਕੀ ਹੈ? ਇੱਕ ਸੁੰਦਰ ਸਵਾਣੀ ਪਰਮਾਤਮਾ ਨੂੰ ਉਸਦੇ ਪਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਗਰਾਂ ਦਾ ਮਿਹਨਤੀ ਬਲਦ। ਇਸ ਕਵਿਤਾ ਰਾਹੀਂ ਇਨਸਾਨ ਦੀ ਮਜਬੂਰੀ ਨੂੰ ਬਲਦ ਦੀ ਮਜਬੂਰੀ ਨਾਲ ਮੇਲ ਕੇ ਪੇਸ਼ ਕੀਤਾ ਗਿਆ ਹੈ। ਸੋਹਣੀਆਂ ਚੀਜ਼ਾਂ ਸਾਰੀਆਂ। ਪਰਮਾਤਮਾ ਦੀ ਬਣਾਈ ਹਰ ਚੀਜ਼, ਹਰ ਵਸਤੂ, ਹਰ ਇਨਸਾਨ ਇਸ ਕਵਿਤਾ ਦਾ ਵਿਸ਼ਾ ਬਣਾਇਆ ਗਿਆ ਹੈ। ਅਚਨਚੇਤ ਉਡਾਰੀਆਂ ਭਾਗ ਦੀਆਂ ਕਵਿਤਾਵਾਂ ਨੂੰ ਜਾਪਾਨ ਦੇ ਪ੍ਰਸਿੱਧ ਕਾਵਿ ਰੂਪ ਹਾਕਿਊ ਨਾਲ ਮਿਲਿਆ ਗਿਆ ਹੈ, ਜੋ ਕਿ 3 ਸਤਰਾਂ ਵਾਲੀ ਲਘੂ ਕਵਿਤਾ ਹੁੰਦੀ ਹੈ ਅਤੇ ਇਹ ਇੱਕ ਜਾਪਾਨ ਦੀ ਕਵਿਤਾ ਮੰਨੀ ਜਾਂਦੀ ਹੈ। ਜਾਪਾਨ ਵਿੱਚ ਹਾਇਕੂ ਕਵਿਤਾ ਦਾ ਇੱਕ ਕਿਸਮ ਹੈ ਕਵਿਤਾ ਦੀ, ਜਿਸ ਵਿੱਚ ਕੀ ਹੈ 3 ਸਤਰਾਂ ਵਾਲੀ ਲਘੂ ਕਵਿਤਾ ਹੈ। ਇਸ ਭਾਗ ਦੀਆਂ ਬਹੁਤੀਆਂ ਕਵਿਤਾਵਾਂ ਅਤੀ ਯਥਾਰਥਵਾਦੀ ਹਨ। ਅਗਲੇ ਜੋ ਕਵੀ ਹਨ ਚਰਨ ਸਿੰਘ ਸ਼ਹੀਦ। ਇਸ ਬਾਰੇ ਅਗਲੀ ਵੀਡੀਓ ਵਿੱਚ ਪੜ੍ਹਾਂਗੇ। ਇਹ ਸੀ ਬਈ ਪ੍ਰੋਫੈਸਰ ਪੂਰਨ ਸਿੰਘ।